ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਗੱਲਬਾਤ ਕਰਾਂਗੇ ਅੱਜ ਬ੍ਰਿਟੇਨ ਭਾਰਤ ਤੋਂ ਕਿੰਨੀ ਦੌਲਤ ਲੁੱਟ ਕੇ ਲੈ ਗਿਆ ਸੀ। ਸੋ ਵੀਡੀਓ ਬੜੀ ਹੀ ਦਿਲਚਸਪ ਤੇ ਨਵੀਂ ਜਾਣਕਾਰੀ ਹੈ, ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਜ਼ਰੂਰ ਸ਼ੇਅਰ ਕਰਿਓ। ਬਾਦਸ਼ਾਹ ਦੀ ਵਰ੍ਹੇਗੰਢ ਹੈ ਅਤੇ ਮੁਗਲ ਰਵਾਇਤ ਦੇ ਮੁਤਾਬਕ ਉਹਨਾਂ ਨੂੰ ਤੋਲਿਆ ਜਾਣਾ ਹੈ। ਇਸ ਮੌਕੇ ਬ੍ਰਿਟਿਸ਼ ਰਾਜਦੂਤ ਸਰ ਥੋਮਸ ਰੋ ਵੀ ਦਰਬਾਰ 'ਚ ਮੌਜੂਦ ਨੇ। ਸਮਾਗਮ ਪਾਣੀ ਵਿੱਚ ਘਿਰੇ ਇੱਕ ਚਕੋਰ ਚਬੂਤਰੇ 'ਤੇ ਕੀਤਾ ਜਾ ਰਿਹਾ। ਚਬੂਤਰੇ ਦੇ ਵਿਚਾਲੇ ਇੱਕ ਵੱਡੀ ਸੋਨੇ ਦੀ ਤੱਕੜੀ ਹੈ। ਇੱਕ ਪਲੜੇ ਵਿੱਚ ਕਈ ਰੇਸ਼ਮੀ ਥੈਲੇ ਰੱਖੇ ਹੋਏ ਨੇ। ਦੂਜੇ ਵਿੱਚ ਖੁਦ ਚੌਥੇ ਮੁਗਲ ਬਾਦਸ਼ਾਹ ਨੂਰੂਦੀਨ ਮੁਹੰਮਦ ਜਹਾਂਗੀਰ ਸਾਵਧਾਨੀ ਨਾਲ ਬੈਠੇ ਨੇ। ਭਾਰੀ ਕੱਪੜਿਆਂ, ਤਾਜ ਅਤੇ ਸੋਨੇ ਦੇ ਗਹਿਣਿਆਂ ਸਮੇਤ ਬਾਦਸ਼ਾਹ ਜਹਾਂਗੀਰ ਦਾ ਵਜ਼ਨ ਤਕਰੀਬਨ 250 ਪੌਂਡ ਨਿਕਲਿਆ। ਇੱਕ ਪਲੜੇ 'ਚ ਜ਼ਿਲ੍ਹੇ ਇਲਾਹੀ ਬੈਠੇ ਨੇ। ਦੂਜੇ ਵਿੱਚ ਰੱਖੇ ਰੇਸ਼ਮੀ ਥੈਲੇ ਵਾਰੀ-ਵਾਰੀ ਤਬਦੀਲ ਕੀਤੇ ਜਾ ਰਹੇ ਨੇ। ਪਹਿਲਾਂ ਮੁਗਲ ਬਾਦਸ਼ਾਹ ਨੂੰ ਚਾਂਦੀ ਦੇ ਸਿੱਕਿਆਂ ਨਾਲ ਤੋਲਿਆ ਗਿਆ, ਫਿਰ ਇਹਨਾਂ ਨੂੰ ਤੁਰੰਤ ਗਰੀਬਾਂ 'ਚ ਵੰਡ ਦਿੱਤਾ ਗਿਆ। ਇਸ ਤੋਂ ਬਾਅਦ ਸੋਨੇ ਦੀ ਵਾਰੀ ਆਈ, ਫਿਰ ਗਹਿਣਿਆਂ, ਰੇਸ਼ਮ ਅਤੇ ਅੰਤ ਵਿੱਚ ਦੂਜੀਆਂ ਬੇਸ਼ਕੀਮਤੀ ਚੀਜ਼ਾਂ ਨਾਲ ਬਾਦਸ਼ਾਹ ਸਲਾਮਤ ਦੇ ਵਜ਼ਨ ਨੂੰ ਤੋਲਿਆ ਗਿਆ। ਸੋ ਦੋਸਤੋ, ਇਹ ਉਹ ਦ੍ਰਿਸ਼ ਹੈ ਜੋ ਅੱਜ ਤੋਂ ਤਕਰੀਬਨ ਠੀਕ 400 ਸਾਲ ਪਹਿਲਾਂ ਮੁਗਲ ਬਾਦਸ਼ਾਹ ਨੂਰੂਦੀਨ ਮੁਹੰਮਦ ਜਹਾਂਗੀਰ ਦੇ ਦਰਬਾਰ ਵਿੱਚ ਬ੍ਰਿਟਿਸ਼ ਰਾਜਦੂਤ ਸਰ ਥਾਮਸ ਰੋ ਨੇ ਦੇਖਿਆ ਅਤੇ ਆਪਣੀ ਡਾਇਰੀ ਵਿੱਚ ਨੋਟ ਕਰ ਲਿਆ। ਪਰ ਦੌਲਤ ਦੇ ਇਸ ਹੈਰਾਨ ਕਰ ਦੇਣ ਵਾਲੇ ਪ੍ਰਦਰਸ਼ਨ ਨੇ ਸਰ ਥਾਮਸ ਨੂੰ ਸ਼ੱਕ 'ਚ ਪਾ ਦਿੱਤਾ ਕਿ ਕੀ ਬੰਦ ਥੈਲੇ ਅਸਲ ਵਿੱਚ ਹੀਰੇ ਜਵਾਹਰਾਤ ਜਾਂ ਸੋਨੇ ਨਾਲ ਹੀ ਭਰੇ ਹੋਏ ਨੇ, ਜਾਂ ਕਿਧਰੇ ਇਹਨਾਂ 'ਚ ਪੱਥਰ ਤਾਂ ਨਹੀਂ। ਪਰ ਸਵਾਲ ਇਹ ਸੀ ਕਿ ਇੱਕ ਦੂਰ ਦਰਾਡੇ ਤੋਂ ਛੋਟੇ ਜਿਹੇ ਦੀਪ 'ਤੇ ਵਸੇ ਦੇਸ਼ ਦਾ ਰਾਜਦੂਤ ਇਸ ਸਮੇਂ ਭਾਰਤ ਵਿੱਚ ਕੀ ਕਰ ਰਿਹਾ ਸੀ। ਸੋ ਇੰਗਲੈਂਡ ਨਾਲ ਸਮਝੌਤਾ ਛਾਣ ਦੇ ਖਿਲਾਫ ਦਰਅਸਲ ਸਰ ਥਾਮਸ ਰੋ ਇੱਕ ਖਾਸ ਮਿਸ਼ਨ 'ਤੇ ਭਾਰਤ ਆਇਆ ਸੀ। ਇਹਦੀ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕਰਵਾ ਲਏ ਜਾਣ, ਜਿਸ ਤਹਿਤ ਇੱਕ ਛੋਟੀ ਜਿਹੀ ਬ੍ਰਿਟਿਸ਼ ਕੰਪਨੀ ਨੂੰ ਭਾਰਤ ਵਿੱਚ ਵਪਾਰ ਦਾ ਅਧਿਕਾਰ ਹਾਸਲ ਹੋ ਜਾਵੇ। ਪਰ ਜਿਵੇਂ ਕਿ ਸਰ ਥਾਮਸ ਦੀ ਡਾਇਰੀ ਤੋਂ ਪਤਾ ਲੱਗਦਾ ਕਿ ਇਹ ਕੰਮ ਇੰਨਾ ਆਸਾਨ ਸਾਬਤ ਨਹੀਂ ਹੋਇਆ ਅਤੇ ਇਸ ਸਿਲਸਿਲੇ ਵਿੱਚ ਇਸ ਮਿਹਨਤੀ ਅੰਗਰੇਜ਼ ਰਾਜਦੂਤ ਨੂੰ ਕਈ ਪਾਪੜ ਵੇਲਣੇ ਪਏ। ਤਾਂ ਇਹਦੀ ਵਜ੍ਹਾ ਇਹ ਸੀ ਕਿ ਮੁਗਲ ਬਾਦਸ਼ਾਹ ਪੂਰੀ ਦੁਨੀਆ 'ਚ ਸਿਰਫ ਈਰਾਨ ਦੇ ਸਫਾਵੀ ਬਾਦਸ਼ਾਹ ਅਤੇ ਉਸਮਾਨੀ ਖਲੀਫਾ ਨੂੰ ਹੀ ਆਪਣਾ ਵਿਰੋਧੀ ਸਮਝਦੇ ਸੀ। ਉਹਨਾਂ ਦੀਆਂ ਨਜ਼ਰਾਂ 'ਚ ਇੰਗਲੈਂਡ ਇੱਕ ਛੋਟਾ ਜਿਹਾ ਟਾਪੂ ਸੀ। ਇਹਦੇ ਕਿਸੇ ਮਾਮੂਲੀ ਬਾਦਸ਼ਾਹ ਨਾਲ ਬਰਾਬਰੀ ਦੇ ਪੱਧਰ 'ਤੇ ਸਮਝੌਤਾ ਕਰਨਾ ਇਹਨਾਂ ਦੀ ਸ਼ਾਨ ਦੇ ਖਿਲਾਫ ਸੀ। ਹਾਲਾਂਕਿ ਸਰ ਥਾਮਸ ਨੇ ਹਿੰਮਤ ਨਹੀਂ ਹਾਰੀ ਤੇ ਉਹ 3 ਸਾਲ ਦੀ ਸਖਤ ਮਿਹਨਤ, ਰਣਨੀਤਿਕ ਦਾਅ ਪੇਚ ਅਤੇ ਤੋਹਫੇ ਦੇ ਕੇ ਜਹਾਂਗੀਰ ਤੋਂ ਤਾਂ ਨਹੀਂ, ਪਰ ਵਲੀ ਅਹਿਦ ਸ਼ਾਹਜਹਾਂ ਤੋਂ ਅਗਸਤ 1618 ਈਸਵੀ ਵਿੱਚ ਇੱਕ ਸਮਝੌਤੇ 'ਤੇ ਹਸਤਾਖਰ ਕਰਾਉਣ 'ਚ ਆਖਰ ਕਾਮਯਾਬ ਹੋ ਗਿਆ। ਤਾਂ ਇਸ ਤਹਿਤ ਇਸ ਕੰਪਨੀ ਨੂੰ ਸੂਰਤ ਵਿੱਚ ਖੁੱਲ੍ਹ ਕੇ ਕਾਰੋਬਾਰ ਕਰਨ ਦੀ ਇਜਾਜ਼ਤ ਮਿਲ ਗਈ। ਇਸ ਕੰਪਨੀ ਦਾ ਨਾਂ ਈਸਟ ਇੰਡੀਆ ਕੰਪਨੀ ਸੀ ਅਤੇ ਇਹ ਘਟਨਾ ਇਸ ਦੇ ਇਤਿਹਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਈ। ਇਹ ਪਹਿਲਾ ਮੌਕਾ ਸੀ ਕਿ ਮੁਗਲ ਹਕੂਮਤ ਨੇ ਸਿੱਧੇ ਤੌਰ 'ਤੇ ਇੱਕ ਯੂਰਪੀ ਦੇਸ਼ ਨਾਲ ਬਕਾਇਦਾ ਵਪਾਰਕ ਸਮਝੌਤਾ ਕਰਕੇ ਇਹਦੀ ਇੱਕ ਕੰਪਨੀ ਨੂੰ ਵਪਾਰ ਦੀ ਇਜਾਜ਼ਤ ਦੇ ਦਿੱਤੀ ਸੀ। ਉਹਨਾਂ ਦੇ ਤੈਅ ਸਮਝੌਤੇ ਦੇ ਨਤੀਜੇ ਵਿੱਚ ਬ੍ਰਿਟੇਨ ਅਗਲੇ 350 ਸਾਲਾਂ 'ਚ ਹਿੰਦੁਸਤਾਨ ਤੋਂ ਜੋ ਦੌਲਤ ਸਮੇਟ ਕੇ ਲੈ ਗਿਆ, ਉਸ ਬਾਰੇ ਅਰਥ ਸ਼ਾਸਤਰੀਆਂ ਨੇ ਕੁਝ ਅਨੁਮਾਨ ਲਗਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਤਾਂ ਇਹਦੇ ਬਾਰੇ ਆਪਾਂ ਅੱਗੇ ਦੱਸਾਂਗੇ ਤੁਹਾਨੂੰ। ਪਹਿਲਾਂ ਇਹ ਦੇਖਦੇ ਹਾਂ ਕਿ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਰਾਜ ਦੇ ਭਾਰਤ 'ਤੇ ਸੱਤਾ ਦੇ ਦੂਜੇ ਅਸਰ ਕੀ ਪਏ। ਕੀ ਸਿਰਫ ਲੁੱਟਣ ਤੋਂ ਕਿਧਰੇ ਜ਼ਿਆਦਾ ਭਿਆਨਕ ਸਨ ਜਿਹੜੇ। ਤਾਂ ਜਦੋਂ ਮੁਗਲ ਬਾਦਸ਼ਾਹ ਨੂੰ ਸੋਨੇ, ਚਾਂਦੀ ਅਤੇ ਹੀਰੇ ਜਵਾਹਰਾਤ ਨਾਲ ਤੋਲਿਆ ਜਾ ਰਿਹਾ ਸੀ ਤਾਂ ਬ੍ਰਿਟਿਸ਼ ਰਾਜਦੂਤ ਨੂੰ ਯਕੀਨ ਨਹੀਂ ਹੋ ਰਿਹਾ ਸੀ। ਦੂਜੀ ਗੱਲ, ਫਿਰ ਉਹ ਦਿਨ ਆਏ ਕਿ ਮੁਗਲ ਬਾਦਸ਼ਾਹ ਵਜ਼ੀਫੇ 'ਤੇ ਗੁਜ਼ਾਰਾ ਕਰਨ ਲੱਗ ਪਏ। ਈਸਟ ਇੰਡੀਆ ਕੰਪਨੀ ਦਾ ਲੰਡਨ 'ਚ ਛੋਟਾ ਜਿਹਾ ਦਫ਼ਤਰ ਸੀ, ਪਰ ਉਹਨੇ ਪੂਰੇ ਹਿੰਦੁਸਤਾਨ 'ਤੇ ਕਬਜ਼ਾ ਕੀਤਾ। ਬ੍ਰਿਟਿਸ਼ ਹਕੂਮਤ ਦੌਰਾਨ ਹਿੰਦੁਸਤਾਨ ਵਿੱਚ ਕਰੋੜਾਂ ਲੋਕ ਅਕਾਲ ਕਾਰਨ ਮਾਰੇ ਗਏ ਸਨ।
ਇਤਿਹਾਸ ਦਾ ਚੌਥਾ ਭਿਆਨਕ ਖੂਨ ਖਰਾਬਾ। ਅਮਰੀਕੀ ਇਤਿਹਾਸਕਾਰ ਮੈਥਿਊ ਵਾਈਟ ਨੇ ਦ ਗ੍ਰੇਟ ਬਿਗ ਬੁੱਕ ਆਫ ਹੌਰੀਬਲ ਥਿੰਗਸ ਦੇ ਨਾਂ ਤੇ ਇੱਕ ਪੁਸਤਕ ਲਿਖੀ ਹੈ। ਇਹਦੇ 'ਚ ਉਹਨਾਂ ਨੇ ਇਤਿਹਾਸ ਦੇ 100 ਭਿਆਨਕ ਖੂਨ ਖਰਾਬਿਆਂ ਦੀ ਸਮੀਖਿਆ ਪੇਸ਼ ਕੀਤੀ ਹੈ, ਜਿਨ੍ਹਾਂ ਦੌਰਾਨ ਸਭ ਤੋਂ ਜ਼ਿਆਦਾ ਇਨਸਾਨੀ ਜਾਨਾਂ ਖਤਮ ਹੋਈਆਂ। ਇਸ ਕਿਤਾਬ 'ਚ ਇਤਿਹਾਸ ਦਾ ਚੌਥਾ ਭਿਆਨਕ ਖੂਨ ਖਰਾਬਾ ਬ੍ਰਿਟਿਸ਼ ਦੌਰ ਵਿੱਚ ਭਾਰਤ ਵਿੱਚ ਪੈਣ ਵਾਲਾ ਅਕਾਲ ਹੈ, ਜਿਹਦੇ 'ਚ ਵਾਈਟ ਮੁਤਾਬਕ 2 ਕਰੋੜ 66 ਲੱਖ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਇਸ ਸੰਖਿਆ ਵਿੱਚ ਵਾਈਟ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬੰਗਾਲ ਵਿੱਚ ਪੈਣ ਵਾਲੇ ਅਕਾਲ ਦੀ ਗਿਣਤੀ ਨਹੀਂ ਕੀਤੀ, ਜਿਹਦੇ ਵਿੱਚ 30 ਤੋਂ 50 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ। ਜੇ ਇਸ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਸਰਕਾਰ ਦੇ ਦੌਰਾਨ 3 ਕਰੋੜ ਦੇ ਕਰੀਬ ਭਾਰਤੀ ਲੋਕ ਅਕਾਲ ਦੇ ਕਾਰਨ ਮਾਰੇ ਗਏ। ਭਾਰਤ ਦੀ ਗਿਣਤੀ ਦੁਨੀਆ ਦੇ ਸਭ ਤੋਂ ਜਰਖੇਜ਼ ਇਲਾਕਿਆਂ ਵਿੱਚ ਹੁੰਦੀ ਸੀ ਅਤੇ ਹੁਣ ਵੀ ਹੁੰਦੀ ਹੈ, ਫਿਰ ਇੰਨੇ ਲੋਕ ਕਿਉਂ ਭੁੱਖੇ ਮਰ ਗਏ? ਵਾਈਟ ਨੇ ਇਹਦੀ ਵਜ੍ਹਾ ਵਪਾਰਕ ਸ਼ੋਸ਼ਣ ਦੱਸਿਆ। ਇਸ ਵਿਵਰਣ ਲਈ ਅਸੀਂ ਸਿਰਫ ਇੱਕ ਅਕਾਲ ਦਾ ਜ਼ਿਕਰ ਕਰਦੇ ਹਾਂ ਜੋ 1769 'ਚ ਬੰਗਾਲ ਵਿੱਚ ਹੀ ਪਿਆ ਸੀ। ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਅਮਰਤਿਆ ਸੇਨ ਨੇ ਇਸ ਅਕਾਲ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1 ਕਰੋੜ ਦੱਸੀ ਹੈ। ਇਸ ਦੌਰ ਦਾ ਇੱਕ ਦ੍ਰਿਸ਼ ਇੱਕ ਅੰਗਰੇਜ਼ ਦੀ ਹੀ ਜ਼ੁਬਾਨੀ ਕੁਝ ਇਸ ਤਰ੍ਹਾਂ ਹੈ। ਉਹ ਅੰਗਰੇਜ਼ ਨੇ ਦੇਖਿਆ ਅਕਾਲ ਪਿਆ ਵਾ ਤੇ ਉਹ ਦੱਸਦਾ, ਉਹ ਕਹਿੰਦਾ ਲੱਖਾਂ ਲੋਕ ਬਾਕੀ ਕੁਝ ਹਫ਼ਤਿਆਂ ਤੱਕ ਜਿਉਂਦੇ ਰਹਿਣ ਦੀ ਆਸ ਲੈ ਕੇ ਮਰ ਗਏ, ਜੋ ਉਹਨਾਂ ਨੇ ਫਸਲ ਪੱਕਣ ਤੱਕ ਗੁਜ਼ਾਰਨੇ ਸਨ। ਉਹਨਾਂ ਦੀਆਂ ਅੱਖਾਂ ਫਸਲਾਂ ਨੂੰ ਤੱਕਦੀਆਂ ਰਹਿ ਗਈਆਂ ਜਿਨ੍ਹਾਂ ਨੇ ਇਸ ਸਮੇਂ ਪੱਕਣਾ ਸੀ, ਪਰ ਉਦੋਂ ਉਹਨਾਂ ਨੂੰ ਬਹੁਤ ਦੇਰ ਹੋ ਜਾਂਦੀ ਹੈ। ਫਸਲਾਂ ਤਾਂ ਆਪਣੇ ਸਮੇਂ ਤੇ ਤਿਆਰ ਹੋਈਆਂ, ਪਰ ਉਸ ਸਮੇਂ ਅਸਲ ਵਿੱਚ ਬਹੁਤ ਦੇਰ ਹੋ ਚੁੱਕੀ ਸੀ। 1769 ਦੀ ਇਹੀ ਕਹਾਣੀ ਪੌਣੇ 200 ਸਾਲ ਬਾਅਦ ਇੱਕ ਵਾਰ ਫਿਰ ਪੂਰਬੀ ਬੰਗਾਲ 'ਚ ਦੁਹਰਾਈ ਗਈ। ਟਾਈਮਜ਼ ਆਫ ਇੰਡੀਆ ਦੀ 16 ਨਵੰਬਰ 1943 ਦੀ ਕਟਿੰਗ ਪੂਰਬੀ ਬੰਗਾਲ ਵਿੱਚ ਇੱਕ ਭਿਆਨਕ ਦ੍ਰਿਸ਼, ਪਰ ਆਮ ਦ੍ਰਿਸ਼ ਇਹ ਸੀ ਕਿ ਅੱਧੀ ਸਦੀ ਦੀ ਸਭ ਤੋਂ ਸ਼ਾਨਦਾਰ ਫਸਲ ਵਿੱਚੋਂ ਗਲਿਆ ਸੜਿਆ ਹੋਇਆ ਕੋਈ ਇਨਸਾਨੀ ਢਾਂਚਾ ਨਜ਼ਰ ਆ ਜਾਂਦਾ ਸੀ। ਸਾਹਿਰ ਲੁਧਿਆਣਵੀ ਨੇ ਇਸ ਅਕਾਲ ਤੇ ਇੱਕ ਨਜ਼ਮ ਲਿਖੀ ਸੀ ਜੋ ਇਦਾਂ ਹੈ। ਉਹ ਲਿਖਦਾ, 50 लाख फसुर्दा गले सड़े ढांचे निज़ामे ज़र के खिलाफ एहतजाज करते हैं, खामोश होठों से दम तोड़ती निगाहों से बशर बशर के खिलाफ एहतजाज करते हैं। ਅਕਾਲ ਤਾਂ ਕੁਦਰਤੀ ਆਫਤ ਦੀ ਸ਼੍ਰੇਣੀ 'ਚ ਆਉਂਦੇ ਆ, ਇਹਦੇ 'ਚ ਈਸਟ ਇੰਡੀਆ ਕੰਪਨੀ ਦਾ ਕੀ ਕਸੂਰ? ਪ੍ਰਸਿੱਧ ਦਾਰਸ਼ਨਿਕ ਵਿਲ ਡਿਊਰੈਂਟ ਇਹਦੇ ਬਾਰੇ ਲਿਖਦਾ, ਉਹ ਕਹਿੰਦਾ ਭਾਰਤ ਵਿੱਚ ਪੈਣ ਵਾਲੇ ਖੌਫਨਾਕ ਅਕਾਲਾਂ ਦੀ ਬੁਨਿਆਦੀ ਵਜ੍ਹਾ ਬੇਰਹਿਮੀ ਨਾਲ ਕੀਤੇ ਗਏ ਸ਼ੋਸ਼ਣ, ਸਰੋਤਾਂ ਦਾ ਅਸੰਤੁਲਿਤ ਆਯਾਤ ਅਤੇ ਬਿਲਕੁਲ ਅਕਾਲ ਦੇ ਦੌਰਾਨ ਕਰੂਰ ਤਰੀਕਿਆਂ ਨਾਲ ਮਹਿੰਗੇ ਟੈਕਸਾਂ ਦੀ ਵਸੂਲੀ ਸੀ ਕਿ ਭੁੱਖ ਨਾਲ ਤੜਫਦੇ ਕਿਸਾਨ ਉਹਨਾਂ ਨੂੰ ਅਦਾ ਨਹੀਂ ਕਰ ਸਕਦੇ ਸਨ। ਸਰਕਾਰ ਮਰਦੇ ਹੋਏ ਲੋਕਾਂ ਤੋਂ ਵੀ ਟੈਕਸ ਵਸੂਲਣ ਦੇ ਰਾਹ ਤੁਰੀ ਰਹਿੰਦੀ ਸੀ। ਇੱਕ ਛੋਟੀ ਜਿਹੀ ਕੰਪਨੀ ਇੰਨੀ ਤਾਕਤਵਰ ਕਿਵੇਂ ਹੋ ਗਈ ਕਿ ਹਜ਼ਾਰਾਂ ਮੀਲ ਦੂਰ ਕਿਸੇ ਦੇਸ਼ ਵਿੱਚ ਕਰੋੜਾਂ ਲੋਕਾਂ ਦੀ ਜ਼ਿੰਦਗੀ ਅਤੇ ਮੌਤ ਤੇ ਭਾਰੂ ਪੈ ਜਾਵੇ? ਇਸ ਲਈ ਸਾਨੂੰ ਇਤਿਹਾਸ ਦੇ ਕੁਝ ਹੋਰ ਪੰਨੇ ਉਲਟਾਉਣੇ ਹੋਣਗੇ। 1498 'ਚ ਪੁਰਤਗਾਲੀ ਮੁਹਿੰਮ, ਜਿਹਦੇ ਵਿੱਚ ਵਾਸਕੋ ਡਗਾਮਾ ਨੇ ਦੱਖਣੀ ਅਫਰੀਕਾ ਦੇ ਕੋਨੇ ਦੇ ਰਸਤੇ ਲੱਭ ਕੇ ਭਾਰਤ ਨੂੰ ਸਮੁੰਦਰੀ ਰਸਤੇ ਰਾਹੀਂ ਯੂਰਪ ਨਾਲ ਜੋੜਦਾ ਸੀ, ਤਾਂ ਆਉਣ ਵਾਲੇ ਦਹਾਕਿਆਂ ਦੌਰਾਨ ਧੌਂਸ, ਧਮਕੀਆਂ ਅਤੇ ਦੰਗੇ ਫਸਾਦਾਂ ਦੀ ਵਰਤੋਂ ਕਰਕੇ ਪੁਰਤਗਾਲੀ ਹਿੰਦੁਸਤਾਨ ਦੇ ਤਮਾਮ ਵਪਾਰਾਂ ਤੇ ਕਾਬਜ ਹੋ ਗਏ। ਔਰ ਦੇਖਦੇ ਹੀ ਦੇਖਦੇ ਪੁਰਤਗਾਲ ਦੀ ਕਿਸਮਤ ਦਾ ਸੂਰਜ ਅੱਧੇ ਸਮਾਨ ਤੇ ਜਗਮਗਾਉਣ ਲੱਗਿਆ। ਉਹਨਾਂ ਨੂੰ ਦੇਖ ਕੇ ਡੱਚ ਆਪਣੇ ਤੋਪ ਵਾਹਕ ਸਮੁੰਦਰੀ ਜਹਾਜ਼ ਲੈ ਕੇ ਹਿੰਦੁਸਤਾਨ ਵੱਲ ਆ ਗਏ ਤੇ ਦੋਹਾਂ ਦੇਸ਼ਾਂ ਵਿਚਕਾਰ ਲੜਾਈ ਝਗੜਾ ਹੋਣ ਲੱਗਿਆ। ਅੰਗਰੇਜ਼ ਇਸ ਸਾਰੀ ਖੇਡ ਨੂੰ ਬਹੁਤ ਗੌਰ ਨਾਲ ਦੇਖ ਰਹੇ ਸਨ। ਭਲਾ ਉਹ ਇਸ ਦੌੜ ਵਿੱਚ ਪਿੱਛੇ ਕਿਉਂ ਰਹਿ ਜਾਂਦੇ? ਇਸ ਲਈ ਇਹਨਾਂ ਦੋਹਾਂ ਦੇਸ਼ਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਮਹਾਰਾਣੀ ਐਲਿਜ਼ਾਬੈਥ ਨੇ ਦਸੰਬਰ 1600 ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਅਤੇ ਇਹਨੂੰ ਪੂਰੀ ਮਲਕੀਅਤ ਨਾਲ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਕਰਨ ਦੀ ਇਜਾਜ਼ਤ ਦਿੱਤੀ। ਪਰ ਅੰਗਰੇਜ਼ਾਂ ਨੇ ਇੱਕ ਕੰਮ ਕੀਤਾ ਜੋ ਇਹਨਾਂ ਤੋਂ ਪਹਿਲਾਂ ਆਉਣ ਵਾਲੇ ਦੋਵੇਂ ਯੂਰਪੀ ਦੇਸ਼ਾਂ ਤੋਂ ਨਹੀਂ ਹੋ ਸਕਦਾ ਸੀ। ਉਹਨਾਂ ਨੇ ਸਿਰਫ ਯੁੱਧ ਦੇ ਵਪਾਰ ਤੇ ਸਾਰੀ ਊਰਜਾ ਖਰਚ ਨਹੀਂ ਕੀਤੀ, ਬਲਕਿ ਦੂਤਾਵਾਸ ਦੇ ਕੰਮ ਤੇ ਬਹੁਤ ਧਿਆਨ ਦਿੱਤਾ। ਇਹੀ ਵਜ੍ਹਾ ਹੈ ਕਿ ਉਹਨਾਂ ਨੇ
ਥਾਮਸ ਰॉ ਵਰਗੇ ਰਾਜਦੂਤ ਨੂੰ ਭਾਰਤ ਭੇਜਿਆ ਤਾਂ ਕਿ ਉਹ ਈਸਟ ਇੰਡੀਆ ਕੰਪਨੀ ਲਈ ਦਰਵਾਜ਼ਾ ਖੋਲ੍ਹ ਸਕੇ। ਮੁਗਲਾਂ ਵੱਲੋਂ ਆਗਿਆ ਮਿਲਣ ਤੇ ਬਾਅਦ ਅੰਗਰੇਜ਼ਾਂ ਨੇ ਭਾਰਤ ਦੇ ਵੱਖ-ਵੱਖ ਤੱਟੀ ਸ਼ਹਿਰਾਂ 'ਚ ਇੱਕ ਤੋਂ ਬਾਅਦ ਇੱਕ ਆਪਣੇ ਵਪਾਰਕ ਅੱਡੇ ਸਥਾਪਿਤ ਕਰਨੇ ਸ਼ੁਰੂ ਕਰਤੇ, ਜਿਨ੍ਹਾਂ ਨੂੰ ਫੈਕਟਰੀਆਂ ਕਿਹਾ ਜਾਂਦਾ ਸੀ। ਇਹਨਾਂ ਫੈਕਟਰੀਆਂ ਤੋਂ ਉਹਨਾਂ ਨੇ ਮਸਾਲੇ, ਰੇਸ਼ਮ ਅਤੇ ਦੂਜੀਆਂ ਚੀਜ਼ਾਂ ਦਾ ਵਪਾਰ ਸ਼ੁਰੂ ਕਰਤਾ, ਜਿਹਦੇ 'ਚ ਉਹਨਾਂ ਨੂੰ ਜ਼ਬਰਦਸਤ ਫਾਇਦਾ ਤਾਂ ਹੁੰਦਾ ਰਿਹਾ, ਪਰ ਜਲਦੀ ਹੀ ਮਾਮਲਾ ਸਿਰਫ ਵਪਾਰ ਤੋਂ ਅੱਗੇ ਵਧ ਗਿਆ। ਤਾਂ ਦੋਸਤੋ, ਜੋੜ ਤੋੜ, ਕਿਉਂਕਿ ਈਸਟ ਇੰਡੀਆ ਕੰਪਨੀ ਦੀਆਂ ਦੂਜੇ ਯੂਰਪੀ ਦੇਸ਼ਾਂ ਨਾਲ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ਤੇ ਇਹ ਇੱਕ ਦੂਜੇ ਦਾ ਮਾਲ ਲੁੱਟਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਸਨ। ਇਸ ਲਈ ਅੰਗਰੇਜ਼ਾਂ ਨੇ ਆਪਣੀਆਂ ਫੈਕਟਰੀਆਂ ਵਿੱਚ ਵੱਡੀ ਸੰਖਿਆ 'ਚ ਸਥਾਨਕ ਸਿਪਾਹੀ ਭਰਤੀ ਕਰਨੇ ਸ਼ੁਰੂ ਕਰਤੇ। ਜ਼ਿਆਦਾ ਸਮਾਂ ਨਹੀਂ ਲੱਗਿਆ ਕਿ ਇਹ ਫੈਕਟਰੀਆਂ ਫੈਲ ਕੇ ਕਿਲਿਆਂ ਅਤੇ ਛਾਉਣੀਆਂ ਦੀ ਸ਼ਕਲ 'ਚ ਤਬਦੀਲ ਹੋ ਗਈਆਂ। ਜਦੋਂ ਕੰਪਨੀ ਦੀ ਸੈਨਿਕ ਅਤੇ ਆਰਥਿਕ ਸਥਿਤੀ ਮਜ਼ਬੂਤ ਹੋਈ ਤਾਂ ਇਹਦੇ ਅਧਿਕਾਰੀ ਸਥਾਨਕ ਰਿਆਸਤਾਂ ਦੇ ਆਪਸੀ ਲੜਾਈ ਝਗੜਿਆਂ ਵਿੱਚ ਵੀ ਸ਼ਾਮਲ ਹੋਣ ਲੱਗ ਪਏ। ਕਿਸੇ ਰਾਜੇ ਨੂੰ ਸਿਪਾਹੀਆਂ ਦੇ ਦਸਤੇ ਭਿਜਵਾ ਦਿੰਦੇ, ਕਿਸੇ ਨਵਾਬ ਨੂੰ ਆਪਣੇ ਦੁਸ਼ਮਣਾਂ ਨੂੰ ਨੀਵਾਂ ਕਰਨ ਲਈ ਤੋਪਾਂ ਦੇ ਦਿੰਦੇ, ਤਾਂ ਕਿਸੇ ਨੂੰ ਸਖਤ ਜ਼ਰੂਰਤ ਵੇਲੇ ਪੈਸਾ ਉਧਾਰ ਦੇ ਦਿੰਦੇ। ਇੱਦਾਂ ਦੇ ਕੰਮ ਕਰਦੇ ਸੀ ਇਹ। ਤਾਂ ਇਸ ਜੋੜ ਤੋੜ ਰਾਹੀਂ ਉਹਨਾਂ ਨੇ ਹੌਲੀ-ਹੌਲੀ ਆਪਣੇ ਪੈਰ ਤੱਟੀ ਇਲਾਕਿਆਂ ਤੋਂ ਦੂਰ ਤੱਕ ਫੈਲਾਤੇ। ਲਗਾਤਾਰ ਫੈਲਾਅ ਦੇ ਇਸ ਸਫ਼ਰ ਵਿੱਚ ਸਭ ਤੋਂ ਅਹਿਮ ਮੋੜ 1757 ਵਿੱਚ ਲੜੀ ਜਾਣ ਵਾਲੀ ਜੰਗ-ਏ ਪਲਾਸੀ ਹੈ, ਜਿਸ ਵਿੱਚ ਈਸਟ ਇੰਡੀਆ ਕੰਪਨੀ ਦੇ ਇੱਕ ਕਲਰਕ ਰਾਬਰਟ ਕਲਾਈਵ ਦੇ 3000 ਸਿਪਾਹੀਆਂ ਨੇ ਬੰਗਾਲ ਦੇ ਨਵਾਬ ਸਿਰਾਜੂ ਦੌਲਾ ਦੀ 50,000 ਫੌਜ ਨੂੰ ਮਾਤ ਦਿੱਤੀ। ਕਿਵੇਂ ਮਾਤ ਦਿੱਤੀ, ਇਹ ਕਹਾਣੀ ਮੋਤਾਲਾਏ ਪਾਕਿਸਤਾਨ ਦੀ ਪੁਸਤਕ 'ਚ ਦਰਜ ਹੈ। ਬਸ ਇਸ ਕਹਾਣੀ ਦਾ ਨੈਤਿਕ ਨਤੀਜਾ ਯਾਦ ਰੱਖੋ ਕਿ ਜੰਗ ਦੇ ਬਾਅਦ ਕਲਾਈਵ ਨੇ ਸਿਰਾਜੂ ਦੌਲਾ ਦਾ ਸਦੀਆਂ ਤੋਂ ਜਮ੍ਹਾਂ ਕੀਤਾ ਹੋਇਆ ਖਜ਼ਾਨਾ ਸਮੁੰਦਰੀ ਜਹਾਜ਼ਾਂ 'ਚ ਲੱਦ ਕੇ ਬਿਲਕੁਲ ਉਸੇ ਤਰ੍ਹਾਂ ਲੰਡਨ ਪਹੁੰਚਾਤਾ, ਜਿਸ ਤਰ੍ਹਾਂ ਇਸ ਤੋਂ 18 ਸਾਲ ਪਹਿਲਾਂ ਨਾਦਰ ਸ਼ਾਹ ਦਿੱਲੀ ਦੀ ਦੌਲਤ ਦੋਵੇਂ ਹੱਥਾਂ ਨਾਲ ਨਿਚੋੜ ਕੇ ਈਰਾਨ ਲੈ ਗਿਆ ਸੀ। ਪਰ ਕਲਾਈਵ ਨੇ ਤਮਾਮ ਦੌਲਤ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਈ, ਬਲਕਿ ਆਪਣੇ ਲਈ ਵੀ ਕੁਝ ਹਿੱਸਾ ਰੱਖ ਲਿਆ, ਜਿਹਦੀ ਕੀਮਤ ਅੱਜ ਕੱਲ੍ਹ ਦੇ ਹਿਸਾਬ ਨਾਲ $3 ਕਰੋੜ ਬਣਦੀ ਹੈ। ਇਸ ਪੈਸੇ ਨਾਲ ਬ੍ਰਿਟੇਨ ਵਿੱਚ ਇੱਕ ਸ਼ਾਨਦਾਰ ਮਹਿਲ ਬਣਵਾਇਆ ਉਹਨੇ ਤੇ ਬਹੁਤ ਜ਼ਮੀਨ ਖਰੀਦੀ, ਜਿਹਦਾ ਨਾਂ ਪਲਾਸੀ ਰੱਖਿਆ ਫਿਰ ਉਹਨੇ ਕਲਾਈਵ ਨੇ। ਇੰਨਾ ਹੀ ਨਹੀਂ, ਉਹਨੇ ਪੈਸਾ ਦੇ ਕੇ ਨਾ ਸਿਰਫ ਆਪਣੇ ਲਈ ਬਲਕਿ ਆਪਣੇ ਬਾਪ ਲਈ ਵੀ ਸੰਸਦ ਦੀ ਸੀਟ ਖਰੀਦ ਲਈ। ਬਾਹਰ 'ਚ ਇਹਨੂੰ ਸਰ ਦਾ ਖਿਤਾਬ ਵੀ ਦਿੱਤਾ ਗਿਆ। ਤਾਂ ਪਰ ਇਸੇ ਦੌਰਾਨ ਬੰਗਾਲ 'ਚ ਪੈਣ ਵਾਲੇ ਖੌਫਨਾਕ ਅਕਾਲ ਅਤੇ ਉਹਦੇ ਨਤੀਜਿਆਂ ਵਿੱਚ ਸੂਬੇ ਦੀ 1/3 ਆਬਾਦੀ ਦੇ ਖਤਮ ਹੋ ਜਾਣ ਦੀਆਂ ਖਬਰਾਂ ਇੰਗਲੈਂਡ ਪਹੁੰਚਣੀਆਂ ਸ਼ੁਰੂ ਹੋਈਆਂ ਸਨ, ਜਿਨ੍ਹਾਂ ਦਾ ਕਾਰਨ ਲਾਰਡ ਕਲਾਈਵ ਦੀਆਂ ਨੀਤੀਆਂ ਨੂੰ ਕਰਾਰ ਦਿੱਤਾ ਗਿਆ। ਤਾਂ ਲਾਰਡ ਸਾਹਿਬ ਤੇ ਉਂਗਲੀਆਂ ਉੱਠਣ ਲੱਗੀਆਂ। ਕਰਦੇ ਕਰਾਉਂਦੇ ਨੌਬਤ ਸੰਸਦ ਵਿੱਚ ਇਕਰਾਰਨਾਮਾ ਪੇਸ਼ ਹੋਣ ਤੱਕ ਜਾ ਪਹੁੰਚੀ। ਇਹ ਇਕਰਾਰਨਾਮਾ ਤਾਂ ਖੈਰ ਮਨਜ਼ੂਰ ਨਹੀਂ ਹੋ ਸਕਿਆ, ਕਿਉਂਕਿ ਉਸ ਜ਼ਮਾਨੇ ਵਿੱਚ ਸੰਸਦ ਦੇ 1/4 ਦੇ ਲਗਭਗ ਮੈਂਬਰਾਂ ਦਾ ਖੁਦ ਈਸਟ ਇੰਡੀਆ ਕੰਪਨੀ 'ਚ ਹਿੱਸਾ ਸੀ। ਤਾਂ ਬਹਿਸ ਦੇ ਦੌਰਾਨ ਕਲਾਈਵ ਨੇ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਆਪਣੀ ਦੌਲਤ ਦੇ ਬਾਰੇ ਕਿਹਾ। ਉਹ ਕਹਿੰਦਾ, ਮੈਂ ਤਾਂ ਖੁਦ ਬੇਹੱਦ ਹੈਰਾਨ ਹਾਂ ਕਿ ਮੈਂ ਹੱਥ ਨੂੰ ਇਸ ਕਦਰ ਹੌਲਾ ਕਿਉਂ ਰੱਖਿਆ, ਨਹੀਂ ਤਾਂ ਉਹ ਚਾਹੁੰਦੇ ਤਾਂ ਇਸ ਤੋਂ ਕਿਧਰੇ ਜ਼ਿਆਦਾ ਮਾਲ ਅਤੇ ਸੋਨਾ ਸਮੇਟ ਕੇ ਲਿਆ ਸਕਦੇ ਸਨ। ਹਾਲਾਂਕਿ ਭਾਰਤ ਵਿੱਚ ਵਾਪਰਨ ਵਾਲੀ ਤਬਾਹੀ ਦੇ ਪ੍ਰਭਾਵ ਕਿਸੇ ਨਾ ਕਿਸੇ ਹੱਦ ਤੱਕ ਕਲਾਈਵ ਦੇ ਦਿਲ ਅਤੇ ਦਿਮਾਗ ਤੇ ਪੈਣ ਲੱਗੇ ਅਤੇ ਉਸਨੇ ਵੱਡੀ ਮਾਤਰਾ ਵਿੱਚ ਅਫੀਮ ਖਾਣੀ ਸ਼ੁਰੂ ਕਰਤੀ। ਨਤੀਜਾ ਇਹ ਨਿਕਲਿਆ ਕਿ ਉਹ 1774 ਵਿੱਚ ਆਪਣੇ ਕਮਰੇ 'ਚ ਭੇਤ ਭਰੀ ਹਾਲਤ ਵਿੱਚ ਮਰਿਆ ਹੋਇਆ ਮਿਲਿਆ। ਇਹ ਪਹੇਲੀ ਅੱਜ ਤੱਕ ਹੱਲ ਨਹੀਂ ਹੋ ਸਕੀ ਕਿ ਕਲਾਈਵ ਨੇ ਆਤਮ ਹੱਤਿਆ ਕੀਤੀ ਸੀ ਜਾਂ ਅਫੀਮ ਦੀ ਜ਼ਿਆਦਾ ਖੁਰਾਕ ਜਾਨਲੇਵਾ ਸਾਬਤ ਹੋਈ। ਪਰ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਉਸਦੀਆਂ ਭਾਰਤ ਵਿੱਚ ਰਣਨੀਤੀਆਂ ਦੇ ਬਾਅਦ ਈਸਟ ਇੰਡੀਆ ਕੰਪਨੀ ਜਿਸ ਰਸਤੇ ਤੇ ਚੱਲ ਪਈ, ਉਹ ਭਾਰਤ ਦੀ ਆਜ਼ਾਦੀ ਲਈ ਜ਼ਰੂਰ ਜਾਨਲੇਵਾ ਸਾਬਤ ਹੋਇਆ। ਇਸੇ ਦੌਰਾਨ ਮੁਗਲ ਕੁਝ ਆਪਣੀਆਂ ਅਯੋਗਤਾਵਾਂ ਅਤੇ ਕੁਝ ਵਿਦੇਸ਼ੀ ਹਮਲਿਆਂ ਨਾਲ ਇਸ ਕਦਰ ਕਮਜ਼ੋਰ ਹੋ ਚੁੱਕੇ ਸਨ ਕਿ ਉਹ ਦੂਰ ਹੀ ਦੂਰ ਤੋਂ ਅੰਗਰੇਜ਼ਾਂ ਦੇ ਰਸੂਖ ਨੂੰ ਦਿਨ ਦੁੱਗਣਾ ਰਾਤ ਚੌਗਣਾ ਵਾਧੇ ਦੇਖਣ ਦੇ ਇਲਾਵਾ ਕੁਝ ਨਾ ਕਰ ਸਕੇ। ਅਜਿਹੇ ਵਿੱਚ ਪਲਾਸੀ ਦੀ ਜੰਗ ਦੇ ਸਿਰਫ ਅੱਧੀ ਸਦੀ ਬਾਅਦ ਈਸਟ ਇੰਡੀਆ ਕੰਪਨੀ ਦੇ ਸਿਪਾਹੀਆਂ ਦੀ ਸੰਖਿਆ 2.5 ਲੱਖ ਤੋਂ ਪਾਰ ਹੋ ਗਈ। ਉਹਨਾਂ ਨੇ ਬੰਗਾਲ ਤੋਂ ਨਿਕਲ ਕੇ ਭਾਰਤ ਦੇ ਵੱਡੇ ਹਿੱਸੇ ਤੇ ਆਪਣਾ ਦਬਦਬਾ ਕਾਇਮ ਕਰ ਲਿਆ।
ਨੌਬਤ ਇੱਥੋਂ ਤੱਕ ਪਹੁੰਚ ਗਈ ਕਿ 1803 ਦੇ ਆਉਂਦੇ ਆਉਂਦੇ ਦਿੱਲੀ ਦੇ ਤਖਤ ਤੇ ਬੈਠਾ ਮੁਗਲ ਬਾਦਸ਼ਾਹ ਸ਼ਾਹ ਆਲਮ ਈਸਟ ਇੰਡੀਆ ਕੰਪਨੀ ਦੇ ਵਜ਼ੀਫੇ ਤੇ ਨਿਰਭਰ ਹੋ ਕੇ ਰਹਿ ਗਿਆ। ਇੱਕ ਜ਼ਮਾਨਾ ਸੀ ਕਿ ਏਸੀ ਸ਼ਾਹ ਆਲਮ ਦੇ ਪੁਰਖੇ ਜਹਾਂਗੀਰ ਦੇ ਅੱਗੇ ਬ੍ਰਿਟਿਸ਼ ਰਾਜਦੂਤ ਸਰ ਥਾਮਸ ਰॉ ਗੋਡਿਆਂ ਦੇ ਭਾਰ ਝੁਕਦਾ ਹੁੰਦਾ ਸੀ। ਹੁਣ ਇਹ ਹਾਲਤ ਸੀ ਕਿ ਇਸ ਨੂੰ ਈਸਟ ਇੰਡੀਆ ਕੰਪਨੀ ਦੇ ਇੱਕ ਕਲਰਕ ਨੂੰ ਝੁਕ ਕੇ ਪੂਰੇ ਬੰਗਾਲ ਦਾ ਅਖਤਿਆਰਨਾਮਾ ਪੇਸ਼ ਕਰਨਾ ਪਿਆ। ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਇਹ ਸਾਰਾ ਕੰਮ ਬ੍ਰਿਟਿਸ਼ ਸਰਕਾਰ ਨੇ ਨਹੀਂ ਬਲਕਿ ਇੱਕ ਕੰਪਨੀ ਨੇ ਕੀਤਾ, ਜਿਹਦਾ ਸਿਰਫ ਇੱਕ ਅਸੂਲ ਸੀ, ਹਰ ਸੰਭਵ ਹੱਥਕੰਡੇ ਵਰਤ ਕੇ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਉਣਾ। ਇਹ ਕੰਪਨੀ ਲੰਡਨ ਦੇ ਇੱਕ ਇਲਾਕੇ ਵਿੱਚ ਇੱਕ ਛੋਟੀ ਜਿਹੀ ਬਿਲਡਿੰਗ ਤੋਂ ਕੰਮ ਕਰਦੀ ਸੀ ਅਤੇ ਸਥਾਪਨਾ ਦੀ ਇੱਕ ਸਦੀ ਬਾਅਦ ਤੱਕ ਵੀ ਇਹਦੇ ਸਥਾਈ ਕਰਮਚਾਰੀਆਂ ਦੀ ਸੰਖਿਆ ਸਿਰਫ 35 ਸੀ। 35 ਬੰਦੇ ਹੀ ਦੇਖ ਲੈ ਰਾਜ ਕਰਕੇ। ਹਾਂਜੀ, ਪਰ ਇਹਦੇ ਬਾਵਜੂਦ ਦੁਨੀਆ ਦੇ ਇਤਿਹਾਸ ਵਿੱਚ ਕੋਈ ਕੰਪਨੀ ਅਜਿਹੀ ਨਹੀਂ ਜਿਹਦੇ ਕੋਲ ਇੰਨੀ ਤਾਕਤ ਹੋਵੇ। ਜੇਕਰ ਤੁਹਾਨੂੰ ਸ਼ਿਕਾਇਤ ਹੈ ਕਿ ਆਦੀਆਂ ਮਲਟੀਨੈਸ਼ਨਲ ਕੰਪਨੀਆਂ ਬਹੁਤ ਤਾਕਤਵਰ ਹੋ ਗਈਆਂ ਨੇ ਤੇ ਉਹ ਵਿਭਿੰਨ ਦੇਸ਼ਾਂ ਦੀਆਂ ਨੀਤੀਆਂ ਤੇ ਪ੍ਰਭਾਵ ਪਾ ਰਹੀਆਂ ਹਨ, ਹੁਣ ਫਿਰ ਤੁਸੀਂ ਜਰਾ ਸੋਚ ਕੇ ਦੇਖੋ, ਗੂਗਲ, ਫੇਸਬੁੱਕ, ਐਪਲ, ਮਾਈਕਰੋਸਾਫਟ ਅਤੇ ਸੈਮਸੰਗ ਮਿਲ ਕੇ ਇੱਕ ਕੰਪਨੀ ਬਣ ਜਾਣ। ਇਹ ਸਾਰੀਆਂ ਜਿਸ ਕੋਲ ਆਪਣੇ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਹੋਵੇ ਅਤੇ ਜੋ ਦੇਸ਼ ਉਹਦੇ ਪ੍ਰੋਡਕਟ ਖਰੀਦਣ ਤੋਂ ਇਨਕਾਰ ਕਰਨ, ਉਹ ਕੰਪਨੀ ਉਹਦੇ ਸਿਰ ਚੜ ਜਾਵੇ। ਤਾਂ ਇਹ ਅਫੀਮ ਕਿਉਂ ਨਹੀਂ ਖਰੀਦਦੇ ਸਨ? ਈਸਟ ਇੰਡੀਆ ਕੰਪਨੀ ਨੇ ਬਿਲਕੁਲ ਇਹੀ ਕੰਮ ਚੀਨ ਨਾਲ ਕੀਤਾ। ਇਹ ਕੰਪਨੀ ਭਾਰਤ ਵਿੱਚ ਅਫੀਮ ਉਗਾਉਂਦੀ ਸੀ, ਇਹਦਾ ਵੱਡਾ ਹਿੱਸਾ ਚੀਨ ਲੈ ਕੇ ਜਾ ਕੇ ਇਹ ਮਹਿੰਗੀ ਕੀਮਤ ਤੇ ਵੇਚਿਆ ਕਰਦੇ ਸਨ। ਜਦੋਂ ਚੀਨੀਆਂ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਸਾਡੇ ਨਾਲ ਘਪਲਾ ਹੋ ਰਿਹਾ ਹੈ, ਤਾਂ ਉਹਨਾਂ ਨੇ ਅੱਗੇ ਤੋਂ ਅਫੀਮ ਖਰੀਦਣ ਲਈ ਮੁਆਫੀ ਮੰਗ ਲਈ। ਕੰਪਨੀ ਆਪਣੇ ਮੁਨਾਫੇ ਵਿੱਚ ਕਮੀ ਨੂੰ ਕਿਵੇਂ ਬਰਦਾਸ਼ਤ ਕਰਦੀ? ਇਹਨੇ 1839 'ਚ ਕੁਝ ਤੋਪ ਵਾਹਕ ਜਹਾਜ਼ ਚੀਨ ਭੇਜ ਕੇ ਚੀਨ ਦਾ ਸਮੁੰਦਰੀ ਬੇੜਾ ਤਹਿਸ ਨਹਿਸ ਕਰਤਾ। ਤਾਂ ਚੀਨੀ ਬਾਦਸ਼ਾਹ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਨਾ ਸਿਰਫ ਅਫੀਮ ਦੇ ਆਯਾਤ ਤੋਂ ਪਾਬੰਦੀ ਹਟਾਈ, ਬਲਕਿ ਬਤੌਰ ਜੁਰਮਾਨਾ ਹਾਂਗਕਾਂਗ ਸੀ ਜਿਹੜਾ, ਉਹ ਵੀ ਇੰਗਲੈਂਡ ਨੂੰ ਦੇ ਦਿੱਤਾ, ਜੋ 1997 ਵਿੱਚ ਕਿਧਰੇ ਜਾ ਕੇ ਵਾਪਸ ਚੀਨ ਨੂੰ ਮਿਲਿਆ। ਤਾਂ ਇਸ ਦੌਰਾਨ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਆਪਣੀ ਪੇਸ਼ਕਦਮੀ ਜਾਰੀ ਰੱਖੀ ਅਤੇ ਇੱਕ ਦੇ ਬਾਅਦ ਇੱਕ ਰਿਆਸਤ, ਇੱਕ ਦੇ ਬਾਅਦ ਇੱਕ ਰਜਵਾੜਾ ਇਹਨਾਂ ਦੀ ਝੋਲੀ ਵਿੱਚ ਡਿੱਗਦਾ ਰਿਹਾ। 1818 ਵਿੱਚ ਇਹਨਾਂ ਨੇ ਮਰਹੱਟਿਆਂ ਦੀ ਸਲਤਨਤ ਹਥਿਆਈ। ਇਸ ਤੋਂ ਬਾਅਦ ਅਗਲੇ ਕੁਝ ਦਹਾਕਿਆਂ 'ਚ ਸਿੱਖਾਂ ਨੂੰ ਮਾਤ ਦੇ ਕੇ ਤਮਾਮ ਪੱਛਮੀ ਭਾਰਤ ਯਾਨੀ ਕਿ ਅੱਜ ਦੇ ਪਾਕਿਸਤਾਨ ਤੇ ਵੀ ਇਹਨਾਂ ਨੇ ਕਬਜ਼ਾ ਕਰ ਲਿਆ। ਹੁਣ ਦर्रा ਖੈਬਰ ਤੋਂ ਲੈ ਕੇ ਬਰਮਾ ਅਤੇ ਹਿਮਾਲਿਆ ਦੀਆਂ ਬਰਫੀਲੀਆਂ ਚੋਟੀਆਂ ਤੱਕ ਇਹਦਾ ਰਾਜ ਸੀ। ਇਹ ਕਹਾਣੀ ਐਵੇਂ ਹੀ ਚੱਲਦੀ ਰਹੀ, ਪਰ ਫਿਰ ਬਦਕਿਸਮਤੀ ਨੇ ਘੇਰਾ ਪਾ ਲਿਆ। 1857 ਵਿੱਚ ਕੰਪਨੀ ਦੇ ਆਪਣੇ ਹੀ ਤਨਖਾਹ ਲੈਣ ਵਾਲੇ ਸਿਪਾਹੀਆਂ ਨੇ ਬਗਾਵਤ ਕਰਤੀ। ਇਸ ਦੌਰਾਨ ਵੱਡੇ ਪੱਧਰ ਤੇ ਖੂਨ ਖਰਾਬਾ ਹੋਇਆ। ਇਸ ਜ਼ਮਾਨੇ 'ਚ ਅਖਬਾਰ ਆਮ ਹੋ ਗਏ ਸਨ। ਇਹਨਾਂ ਸਾਰੀਆਂ ਗੜਬੜਾਂ ਦੀ ਖਬਰ ਇੰਗਲੈਂਡ ਤੱਕ ਪਹੁੰਚੀ। ਹੁੰਦੇ ਹੁੰਦੇ ਕੰਪਨੀ ਦੀ ਧਾਰਨਾ ਅਜਿਹੀ ਹੋ ਗਈ ਕਿ ਅੰਤ ਸੰਸਦ ਨੂੰ ਜਨਤਾ ਦੇ ਦਬਾਅ 'ਚ ਇਸ ਕੰਪਨੀ ਦੇ ਰਾਸ਼ਟਰੀਕਰਨ ਦਾ ਫੈਸਲਾ ਕਰਨਾ ਪਿਆ। ਭਾਰਤ ਸਿੱਧਾ ਬ੍ਰਿਟਿਸ਼ ਸਰਕਾਰ ਅਧੀਨ ਆ ਕੇ ਮਹਾਰਾਣੀ ਵਿਕਟੋਰੀਆ ਦੇ ਤਾਜ ਦਾ ਸਭ ਤੋਂ ਨਾਯਾਬ ਹੀਰਾ ਬਣ ਗਿਆ। ਈਸਟ ਇੰਡੀਆ ਕੰਪਨੀ ਫਿਰ ਵੀ ਕੁਝ ਸਾਲ ਘੜੀਸ ਕੇ ਜ਼ਿੰਦਗੀ ਗੁਜ਼ਾਰਦੀ ਰਹੀ, ਪਰ ਕਦੋਂ ਤੱਕ? ਆਖਿਰ 1 ਜੂਨ 1874 ਨੂੰ ਪੌਣੇ 300 ਸਾਲ ਦੀ ਲੰਬੀ ਸ਼ਾਨ ਅਤੇ ਸ਼ੌਕਤ ਦੇ ਬਾਅਦ ਇਹ ਕੰਪਨੀ ਭੰਗ ਹੋ ਗਈ। ਨਾ ਕੋਈ ਜਨਾਜ਼ਾ, ਨਾ ਕੋਈ ਮਜ਼ਾਰ। ਅੱਜ ਲੰਡਨ 'ਚ ਲੀਡਨ ਹਾਲ ਸਟਰੀਟ ਤੇ ਜਿਸ ਜਗ੍ਹਾ ਕੰਪਨੀ ਦਾ ਹੈੱਡਕੁਆਟਰ ਸੀ, ਉੱਥੇ ਬੈਂਕ ਦੀ ਚਮਚਮਾਉਂਦੀ ਇਮਾਰਤ ਖੜੀ ਹੈ ਤੇ ਕਿਧਰੇ ਕੋਈ ਯਾਦਗਾਰ, ਕੋਈ ਮੂਰਤੀ, ਇੱਥੋਂ ਤੱਕ ਕਿ ਕੋਈ ਬੋਰਡ ਤੱਕ ਸਥਾਪਿਤ ਨਹੀਂ ਉਹ ਕੰਪਨੀ ਦਾ। ਨਾ ਕੋਈ ਜਨਾਜ਼ਾ ਉੱਠਿਆ ਤੇ ਨਾ ਹੀ ਕੋਈ ਮਜ਼ਾਰ ਬਣੀ। ਕਹਿੰਦੇ ਕੰਪਨੀ ਦੀ ਬੇਸ਼ੱਕ ਕੋਈ ਯਾਦਗਾਰ ਹੋਵੇ ਭਾਵੇਂ ਨਾ ਹੋਵੇ, ਪਰ ਉਹਨੇ ਜੋ ਕੰਮ ਕੀਤਾ ਉਹਦੇ ਪ੍ਰਭਾਵ ਨੂੰ ਹੁਣ ਤੱਕ ਮਹਿਸੂਸ ਕੀਤਾ ਜਾ ਸਕਦਾ। ਸ਼ਾਇਦ ਇਹ ਗੱਲ ਜਾਣ ਕੇ ਬਹੁਤਿਆਂ ਨੂੰ ਹੈਰਾਨੀ ਹੋਵੇਗੀ ਕਿ ਇਸ ਕੰਪਨੀ ਦੇ ਪ੍ਰਭਾਵ ਤੋਂ ਪਹਿਲਾਂ ਔਰੰਗਜ਼ੇਬ ਆਲਮਗੀਰ ਦੇ ਦੌਰ 'ਚ ਭਾਰਤ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸੀ। ਇਹ ਦੁਨੀਆ ਦੀ ਕੁੱਲ GDP ਦਾ 1/4 ਹਿੱਸਾ ਪੈਦਾ ਕਰਦਾ ਸੀ, ਜਦ ਕਿ ਇਸੇ ਦੌਰਾਨ ਇੰਗਲੈਂਡ ਦਾ ਹਿੱਸਾ ਸਿਰਫ 2% ਸੀ। ਭਾਰਤ ਦੀ ਜ਼ਮੀਨ ਉਪਜਾਊ ਅਤੇ ਹਰ ਤਰ੍ਹਾਂ ਦੇ ਸਰੋਤਾਂ ਨਾਲ ਮਾਲੋਮਾਲ ਸੀ। ਲੋਕ ਮਿਹਨਤੀ ਤੇ ਹੁਨਰਮੰਦ ਸਨ। ਇੱਥੇ ਪੈਦਾ ਹੋਣ ਵਾਲੇ ਸੂਤੀ ਕੱਪੜੇ ਤੇ ਮਲਮਲ ਦੀ ਮੰਗ ਦੁਨੀਆ ਭਰ 'ਚ ਸੀ।
ਜਦ ਕਿ ਸ਼ਿਪਿੰਗ ਅਤੇ ਸਟੀਲ ਦੇ ਉਦਯੋਗ ਵਿੱਚ ਭਾਰਤ ਤੋਂ ਕੋਈ ਅੱਗੇ ਨਹੀਂ ਸੀ। ਇਹ ਸਾਰੀ ਸਥਿਤੀ ਪਲਾਸੀ ਦੀ ਜੰਗ ਤੋਂ ਬਾਅਦ ਬਦਲ ਗਈ। ਜਦੋਂ 1947 'ਚ ਅੰਗਰੇਜ਼ ਇੱਥੋਂ ਚਲੇ ਗਏ ਤਾਂ ਸਿਕੰਦਰ ਦੇ ਉਲਟ ਇਹਨਾਂ ਦੀ ਝੋਲੀ ਭਰੀ ਹੋਈ ਅਤੇ ਭਾਰਤ ਦੇ ਹੱਥ ਖਾਲੀ ਸਨ। ਤਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਸਿੱਧ ਅਰਥ ਸ਼ਾਸਤਰੀ ਮਨਮੋਹਨ ਸਿੰਘ ਨੇ ਇਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ, ਜਿਹਦੇ 'ਚ ਕੋਈ ਸ਼ੱਕ ਨਹੀਂ ਕਿ ਬ੍ਰਿਟੇਨ ਸਰਕਾਰ ਦੇ ਖਿਲਾਫ ਸਾਡੀਆਂ ਸ਼ਿਕਾਇਤਾਂ ਦੇ ਠੋਸ ਆਧਾਰ ਮੌਜੂਦ ਨੇ। 1700 ਈਸਵੀ 'ਚ ਭਾਰਤ ਇਕੱਲਾ ਦੁਨੀਆ ਦੀ 22.6% ਦੌਲਤ ਪੈਦਾ ਕਰਦਾ ਸੀ, ਜੋ ਤਮਾਮ ਯੂਰਪ ਦੇ ਸਮੁੱਚੇ ਹਿੱਸੇ ਦੇ ਤਕਰੀਬਨ ਬਰਾਬਰ ਸੀ। ਪਰ ਇਹੀ ਹਿੱਸਾ 1952 'ਚ ਘਟ ਕੇ 3.8% ਰਹਿ ਗਿਆ। 20ਵੀਂ ਸਦੀ ਦੇ ਆਗਾਜ਼ ਤੇ ਤਾਜੇ ਬਰਤਾਨੀਆ ਦਾ ਸਭ ਤੋਂ ਨਾਯਾਬ ਹੀਰਾ ਹਕੀਕਤ ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਬਣ ਗਿਆ ਸੀ। ਹੁਣ ਇਸ ਸਵਾਲ ਵੱਲ ਆਉਂਦੇ ਆ ਕਿ ਅੰਗਰੇਜ਼ਾਂ ਦੇ 200 ਸਾਲ ਦੇ ਸ਼ੋਸ਼ਣ ਨੇ ਭਾਰਤ ਨੂੰ ਕਿੰਨਾ ਨੁਕਸਾਨ ਪਹੁੰਚਾਇਆ। ਇਸ ਸਬੰਧ 'ਚ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਅੰਦਾਜ਼ੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ 'ਚੋਂ ਜ਼ਿਆਦਾ ਵਧੀਆ ਅਨੁਮਾਨ ਅਰਥ ਸ਼ਾਸਤਰ ਦੇ ਮਾਹਰ ਅਤੇ ਪੱਤਰਕਾਰ ਮਹਿਨਾਜ਼ ਮਰਚੈਂਟ ਦੀ ਰਿਸਰਚ ਹੈ। ਇਹਨਾਂ ਮੁਤਾਬਕ 1757 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੇ ਹੱਥੋਂ ਭਾਰਤ ਨੂੰ ਪਹੁੰਚਣ ਵਾਲੇ ਆਰਥਿਕ ਨੁਕਸਾਨ ਦੀ ਕੁੱਲ ਰਕਮ 2015 ਦੀ ਫੋਰੇਨ ਐਕਸਚੇਂਜ ਦੇ ਹਿਸਾਬ ਨਾਲ 30 ਖਰਬ ਡਾਲਰ ਬਣਦੀ ਹੈ। ਜਰਾ 1 ਮਿੰਟ ਰੋਕ ਕੇ ਇਸ ਰਕਮ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰੋ। ਇਹਦੇ ਮੁਕਾਬਲੇ ਤੇ ਵਿਚਾਰੇ ਨਾਦਰ ਸ਼ਾਹ ਨੂੰ ਦਿੱਲੀ ਤੋਂ ਸਿਰਫ 143 ਅਰਬ ਡਾਲਰ ਲੁੱਟਣ ਤੇ ਹੀ ਸਬਰ ਕਰਨਾ ਪਿਆ ਸੀ। ਤਾਂ 400 ਸਾਲ ਪਹਿਲਾਂ ਕਹਿ ਲਈਏ ਵੀ ਜਹਾਂਗੀਰ ਦੇ ਦਰਬਾਰ 'ਚ ਅੰਗਰੇਜ਼ ਰਾਜਦੂਤ ਨੂੰ ਸ਼ੱਕ ਸੀ ਕਿ ਕੀ ਸੱਚਮੁੱਚ ਭਾਰਤ ਇੰਨਾ ਅਮੀਰ ਹੈ ਕਿ ਇਹਦੇ ਬਾਦਸ਼ਾਹ ਨੂੰ ਸੋਨੇ, ਚਾਂਦੀ ਅਤੇ ਹੀਰੇ ਜਵਾਹਰਾਤਾਂ ਨਾਲ ਤੋਲਿਆ ਜਾ ਸਕਦਾ। ਉਹਨੂੰ ਸ਼ੱਕ ਸੀ ਕਿ ਕਿਧਰੇ ਦੂਜੇ ਪਲੜੇ 'ਚ ਦਰਬਾਰੀਆਂ ਨੇ ਰੇਸ਼ਮ ਦੀਆਂ ਥੈਲੀਆਂ 'ਚ ਪੱਥਰ ਤਾਂ ਨਹੀਂ ਪਾਏ ਹੋਏ। ਜੇਕਰ ਇਸੇ ਤਰ੍ਹਾਂ ਸਰ ਥਾਮਸ ਰੋ ਨੂੰ ਵਾਪਸ ਲਿਆ ਕੇ ਉਹਨਾਂ ਨੂੰ ਇਹ ਅੰਕੜੇ ਦਿਖਾ ਦਿੱਤੇ ਤਾਂ ਸ਼ਾਇਦ ਉਹਨਾਂ ਦਾ ਭਰਮ ਭੁਲੇਖਾ ਹਮੇਸ਼ਾ ਲਈ ਦੂਰ ਹੋ ਜਾਵੇਗਾ। ਸੋ ਦੋਸਤੋ, ਇੱਦਾਂ ਲੁੱਟਿਆ ਸੀ ਭਾਰਤ ਤੇ ਇੱਦਾਂ ਆਈ ਸੀ ਕੰਪਨੀ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਦਿਓ ਆਗਿਆ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।